अस्सलामुअलैकुम जी नाज़रीन, आज जी तुसी तस्वीर देख रहे हो इस लड़की का नाम आ नाज़िश रज़ाक। नाज़िश रज़ाक जी ये MPhil की स्टूडेंट सी, 25 साल की उम्र आ। 22 जुलाई 2026 ਨੂੰ ਖਾਨੇਵਾਲ ਦੀ ਹਦੂਦ ਥਾਣਾ ਸਰਾਏ ਸੱਧੂ ਪਿੰਡ ਦਾ ਨਾਮ ਫਰੀਦਪੁਰ, ਉੱਥੇ ਦੀ ਇਹ ਰਹਿਣ ਵਾਲੀ ਸੀ ਤੇ ਇਹਦੇ ਕਜ਼ਨ ਨੇ ਬੜੀ ਬੇਦਰਦੀ ਦੇ ਨਾਲ ਇਹਨੂੰ ਮਾਰ ਦਿੱਤਾ। ਉਹਦੀ ਕੀ ਵਜ੍ਹਾ ਬਣੀ ਕਿ ਜਿਹੜੀ ਇੱਕ 25 ਸਾਲ ਦੀ ਨੌਜਵਾਨ ਖੂਬਸੂਰਤ ਲੜਕੀ ਜਿਹੜੀ MPhil ਦੀ ਸਟੂਡੈਂਟ ਸੀ ਉਹਨੂੰ ਮੁਬੈਨਾ ਤੌਰ ਦੇ ਉੱਤੇ ਮਾਰ ਦਿੱਤਾ। ਉਹਦੀ तमाम तर ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਵਾਕਿਆ ਜਿਹੜਾ 22 ਜੁਲਾਈ 2026 ਨੂੰ ਪੇਸ਼ ਆਇਆ, ਖਾਨੇਵਾਲ ਥਾਣਾ ਸਰਾਏ ਸੱਧੂ ਦੀ ਹਦੂਦ ਆ, ਪਿੰਡ ਹੈਗਾ ਫਰੀਦਪੁਰ। ਉੱਥੇ ਦਾ ਇਹ ਵਾਕਿਆ, ਉੱਥੇ ਇੱਕ ਫੈਮਿਲੀ ਰਹਿੰਦੀ ਹੈ। ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਆ ਅਬਦੁਲ ਰਜ਼ਾਕ। अब्दुल रज़ाक दी ये बेटी आ जिहदी उम्र इस टाइम 25 साल, नाज़िश रज़ाक। इहदी बीवी ने अब्दुल रज़ाक कोलों तलाक लै ली सी जदों यह नाज़िश रज़ाक छोटी जी सी। उन्हें तलाक लैके दूसरी जगह ते शादी कर लई सी। तलाक लैण की वजह यह दसी जा रही है कि इन्हां दे दरम्यान लड़ाई झगड़े चल रहे सी, जिस दी वजह ना फिर इहदी बीवी जिहड़ी आ वो तलाक लैके चले गई सी, शादी दूसरी जगह कर ली। एक कली बेटी सी नाज़िश रज़ाक दी बेटी, ते हुण ये बड़ा परेशान रहिंदा सी ने दूसरी शादी नहीं कीती। ये सोचदा सी कि इस बच्ची नूं मैं किस तरह पालांगा। ਇਹਦਾ ਇੱਕ ਰਿਸ਼ਤੇਦਾਰ ਰਹਿੰਦਾ, ਕੋਈ ਕਜ਼ਨ ਵਗੈਰਾ, ਬਹਾਦਰ ਖਾਨ ਪੀਰਮਾਲ ਦੇ ਕੋਲ ਅਬਦੁਲ ਹਕੀਮ ਦੇ ਦਰਮਿਆਨ ਮਾਈ ਸਪੂਰਾ, ਕੋਈ ਉੱਥੇ ਸਟਾਪ ਆ ਮਾਈ ਸਬੂਰਾ। ਉੱਥੇ ਇਹ ਖਾਨ ਬਹਾਦਰ ਕੋ ਉਹਦੇ ਕੋਲ ਛੱਡ ਦਿੰਦਾ, ਕਹਿੰਦਾ ਕਿ ਯਾਰ ਮੇਰੀ ਬੱਚੀ ਦੀ ਪਰਵਰਿਸ਼ ਔਰ ਤਰਬੀਅਤ ਤੂੰ ਕਰਨੀ ਆ, ਕਿਉਂਕਿ ਇਹ ਉਦੋਂ ਛੋਟੀ ਸੀ। ਉਹਨੇ ਬੜੀ ਹਸੀ ਖੁਸ਼ੀ ਦੇ ਨਾਲ ਇਹਨੂੰ ਲੈ ਲਿਆ ਔਰ ਇਹਦੀ ਤਰਬੀਅਤ ਕੀਤੀ, ਇਹਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਰਜ਼ਾਕ ਜਿਹੜਾ ਆ ਨਾਜ਼ਿਸ਼ ਦਾ ਵਾਲਦ, ਉਹਨੂੰ ਵੀ ਮੁਬੈਨਾ ਤੌਰ ਦੇ ਉੱਤੇ 2009 ਦੇ ਵਿੱਚ ਉਹਦੇ ਰਿਸ਼ਤੇਦਾਰ ਉਹਨੂੰ ਮਾਰ ਦਿੰਦੇ ਨੇ। ਜਿਸ ਵੇਲੇ ਮਾਰ ਦਿੰਦੇ ਨੇ ਉਹਨਾਂ ਉੱਤੇ FIR ਦਰਜ ਹੁੰਦੀ ਆ, ਉਹ ਅੰਦਰ ਚਲ ਜਾਂਦੇ ਨੇ। ਲੇਕਿਨ ਅਸਰ ਰਸੂਖ ਵਾਲੇ ਸੀ ਤੇ ਉਹਨਾਂ ਨੇ ਪੈਸਾ ਪੂਸਾ ਖਰਚ ਕੀਤਾ। ਕੁਛ ਦੇਰ ਬਾਅਦ ਉਹਨਾਂ ਦੀਆਂ ਜ਼ਮਾਨਤਾਂ ਹੋ ਗਈਆਂ ਔਰ ਬਾਹਰ ਆ ਗਏ। ਅੱਲਾਹ ਤਾਲਾ ਬਿਹਤਰ ਸੋਚਦਾ, ਬਿਹਤਰ ਫੈਸਲੇ ਕਰਦਾ। ਉਹਨੇ ਮਰਨੇ ਤੋਂ ਪਹਿਲਾਂ ਹੀ ਇਸ ਨੂੰ ਖਾਨ ਬਹਾਦਰ ਦੇ ਸਪੁਰਦ ਕਰ ਦਿੱਤਾ ਸੀ। ਉਸ ਖਾਨ ਬਹਾਦਰ ਨੇ ਇਸ ਦੀ ਬਹੁਤ ਅੱਛੀ ਤਰਬੀਅਤ ਕੀਤੀ, ਇਹਨੂੰ ਪੜ੍ਹਾਇਆ ਲਿਖਾਇਆ, ਮੈਟ੍ਰਿਕ ਕਰਾਇਆ, FA ਕੀਤਾ। ਉਸ ਤੋਂ ਬਾਅਦ ਇਸ ਟਾਈਮ ਇਹ MPhil ਕਰ ਰਹੀ ਸੀ ਇਸਲਾਮਾਬਾਦ ਤੋਂ। 6 ਮਹੀਨੇ ਹੋ ਗਏ ਕਿ ਇਹਨੇ ਸੋਚਿਆ ਕਿ ਜਿੱਥੇ ਮੇਰਾ ਆਬਾਈ ਘਰ ਆ, ਜਿੱਥੇ ਮੇਰੇ ਬਾਪ ਦੀ ਜਾਇਦਾਦ ਆ, ਇਹਦੇ ਬਾਪ ਨੂੰ 10 ਕਿੱਲੇ ਆਂਦੇ ਸੀ। ਇਹਨੇ ਕਿਹਾ ਕਿਉਂ ਨਾ ਮੈਂ ਉੱਥੇ ਫਰੀਦਪੁਰ ਖਾਨੇਵਾਲ ਜਾਵਾਂ, ਜਾ ਕੇ ਉੱਥੇ ਦੇਖਾਂ ਔਰ किस तरह की जमीन आ, घर बार देखा, सारा कुछ अपनाया। ये फरीदपुर 6 महीने तो कहते ने कि रह रही सी, गई हुई सी। ते इहदी माँ जिहड़ी आ सगी, जिन्हें दूसरी शादी कर ली सी, वो भी इहदे कोल आ जांदी आ, उत्थे कोल रहिंदी आ। हुण इस लड़की दा एक कज़न आ जिहदा नाम आ ज़ीशान वल्द राशिद हराज। वो वेखदा कि लड़की खूबसूरत आ, पढ़ी लिखी आ, क्यों ना मैं इहदा रिश्ता मंगा। ਉਹ ਵੀ ਰਿਸ਼ਤੇ ਦੇ ਵਿੱਚ ਇਹਦਾ ਕਜ਼ਨ ਲੱਗਦਾ ਸੀ। ਉਹਨੇ ਇਹਦੀ ਮਾਂ ਦੇ ਨਾਲ ਗੱਲ ਕੀਤੀ ਕਿ ਮੈਨੂੰ ਰਿਸ਼ਤਾ ਜਿਹੜਾ ਆ ਇਹ ਕਿਸੇ ਤਰੀਕੇ ਦੇ ਨਾਲ ਆਪਣੀ ਬੇਟੀ ਦਾ ਨਿਕਾਹ ਜਿਹੜਾ ਮੇਰੇ ਨਾਲ ਕਰ। ਇਹਨੇ ਮਾਂ ਪਿਓ ਨਾਲ ਘਰ ਗੱਲ ਕੀਤੀ, ਨਾਜ਼ਿਸ਼ ਦੀ ਵਾਲਦਾ ਨਾਲ ਗੱਲ ਕੀਤੀ। ਵਾਲਦਾ ਨੇ ਨਾਜ਼ਿਸ਼ ਨੂੰ ਪੁੱਛਿਆ, ਨਾਜ਼ਿਸ਼ ਨੇ ਕਿਹਾ ਕਿ ਮੈਂ ਪੜ੍ਹੀ ਲਿਖੀ ਲੜਕੀ ਹਾਂ, ਕਿਸੇ ਪੜ੍ਹੇ ਲਿਖੇ ਲੜਕੇ ਨਾਲ ਸ਼ਾਦੀ ਕਰਾਵਾਂਗੀ ਤੇ ਫਿਰ ਮੈਂ ਇਹੋ ਜਿਹੇ ਬੰਦਿਆਂ ਨਾਲ ਕਿਵੇਂ ਸ਼ਾਦੀ ਕਰਾਵਾਂ ਕਿ ਜਿਨ੍ਹਾਂ ਦੇ ਤਲਕਾਤ ਮੇਰੇ ਵਾਲਦ ਦੇ ਕਾਤਲਾਂ ਦੇ ਨਾਲ ਹੋਣ। ਮੈਂ ਇਹੋ ਜਿਹੇ ਬੰਦਿਆਂ ਨਾਲ ਸ਼ਾਦੀ ਨਹੀਂ ਕਰਾ ਸਕਦੀ। ਇਹ ਉੱਥੇ ਬਹਿੰਦੇ ਉੱਠਦੇ ਨੇ ਉਹਨਾਂ ਦੇ ਨਾਲ ਹੀ, ਤੇ ਕੱਲ ਨੂੰ ਜਦੋਂ ਮੇਰੀ ਸ਼ਾਦੀ ਮੇਰੇ ਵਾਲਦ ਦੇ ਕਾਤਲਾਂ ਦੇ ਦੋਸਤਾਂ ਨਾਲ ਹੋ ਗਈ, ज़ीशान हैदर ਵਰਗਿਆਂ ਨਾਲ, ਤੇ ਮੈਂ ਕਿਸ ਤਰ੍ਹਾਂ ਆਪਣੇ ਬਾਪ ਦੇ ਕਾਤਲ ਬਰਦਾਸ਼ਤ ਕਰਾਂਗੀ। ਇਹ ਕੰਮ ਨਹੀਂ ਹੋ ਸਕਦਾ। ਉਹਨੇ ज़ीशान ਨੂੰ ਨਾਜ਼ਿਸ਼ ਦੀ ਵਾਲਦਾ ਨੇ ਕਿਹਾ ਕਿ ਨਾਜ਼ਿਸ਼ ਨਹੀਂ ਮੰਨ ਰਹੇ। ਹੁਣ ज़ीशान ਇੱਕ ਅਲੱਗਾ ਕੋਈ ਚੱਕਰ ਚਲਾ ਰਿਹਾ, ਫਿਲਮ ਚਲਾ ਰਿਹਾ ਦਿਲ ਹੀ ਦਿਲ ਦੇ ਵਿੱਚ ਕਿ ਇਹ 10 ਕਿੱਲੇ ਜਿਹੜੇ ਆ ਮੈਂ ਕਿਸ ਤਰ੍ਹਾਂ ਹਥਿਆਵਾਂ, ਇਹਨਾਂ ਦੇ ਉੱਤੇ ਕਾਬਜ਼ ਹੋਵਾਂ। ਨਾਜ਼ਿਸ਼ ਤੋਂ ਬਾਅਦ ਜ਼ਮੀਨ ਦਾ ਜਾਇਦਾਦ ਦਾ ਹਿੱਸਾ ਜਿਹੜਾ ਜ਼ਿਆਦਾਤਰ ਉਹ ज़ीशान ਨੂੰ ਜਾਂਦਾ ਸੀ, ਕਿਉਂਕਿ ਉਹ ਰਿਸ਼ਤੇ ਦੇ ਵਿੱਚ ਕਜ਼ਨ ਲੱਗਦਾ ਸੀ। ਉਹ ਚਾਹੁੰਦਾ ਸੀ ਕਿ ਮੈਂ ਇਹਦੇ ਨਾਲ ਸ਼ਾਦੀ ਕਰਾਂ ਔਰ 10 ਕਿੱਲੇ ਵੀ ਮੈਨੂੰ ਮਿਲ ਜਾਣਗੇ। ਲੇਕਿਨ ਹਜੇ ਨਾਜ਼ਿਸ਼ ਜਿਹੜੀ ਆ ਉਹ ਜ਼ਿੰਦਾ ਆ ਤੇ 10 ਕਿੱਲੇ ਨਾਜ਼ਿਸ਼ ਨੂੰ ਮਿਲਣੇ ਆ। ਅਗਰ ਇਹਦੀ ਸ਼ਾਦੀ ਕਿਸੇ ਹੋਰ ਜਗ੍ਹਾ ਤੇ ਹੋ ਗਈ ਤੇ ਉਹ 10 ਕਿੱਲੇ ਗਏ। ਹੁਣ ਇਹ ਪਲਾਨਿੰਗ ਬਣਾਉਂਦਾ, ਉਹਦੇ ਨਾਲ ਪਿਆਰ ਦੀਆਂ ਪਿੰਗਾਂ ਪਾਣੀਆਂ ਸ਼ੁਰੂ ਕਰਦਾ, ਇਹਨਾਂ ਦੇ ਘਰ ਆਂਦਾ ਜਾਂਦਾ ਔਰ ਬੈਠ ਕੇ ਲੁੱਡੋ ਛੱਡੋ ਨਾਜ਼ਿਸ਼ ਦੇ ਨਾਲ ਖੇਲਦਾ ਆ। ਹੁੰਦਾ ਫਿਰ ਕੀ ਆ ਕਿ 22 ਜੁਲਾਈ 2026 ਨੂੰ ਬੁੱਧ ਵਾਲੇ ਦਿਨ
ਇਹ ਉਹਦੇ ਨਾਲ ਲੁੱਡੋ ਛੁੱਡੋ ਖੇਡਦਾ, ਖੇਡ ਖੁੱਡ ਕੇ ਚਲਾ ਜਾਂਦਾ। ਇਹਦੀ ਅੰਮੀ ਜਿਹੜੀ ਆ ਥੱਲੇ ਸੁੱਤੀ ਪਈ ਹੁੰਦੀ ਆ, ਨਾਜ਼ਸ਼, ਔਰ ਇੱਕ ਉਹਦੀ ਮਤਈ ਭੈਣ ਜਿਹਦੀ ਉਮਰ 5 ਸਾਲ ਦੱਸੀ ਜਾ ਰਹੀ ਆ ਸੋਸ਼ਲ ਮੀਡੀਆ ਦੀਆਂ ਖਬਰਾਂ ਦੇ ਮੁਤਾਬਕ, ਉਹ ਨਾਜ਼ਸ਼ ਦੇ ਨਾਲ ਛੱਤ ਤੇ ਪਈ ਹੁੰਦੀ ਹੈ। ਉਸ ਤੋਂ ਬਾਅਦ ਇਹ ਜ਼ੀਸ਼ਾਨ ਪਲਾਨਿੰਗ ਪੂਰੀ ਫੁੱਲ ਬਣਾ ਕੇ ਜਾਂਦਾ ਕਿ ਮੈਂ 10 ਕਿੱਲੇ ਇਹਨੂੰ ਮਾਰ ਕੇ ਤੇ ਹਥਿਆਲਾਂ ਤੇ ਉਹ ਮੁਦਈ ਜਿਹੜੀ ਹੈ ਇਹਦੀ ਮਾਂ ਬਣੇਗੀ। ਬਾਅਦ ਦੇ ਵਿੱਚ ਸੁਲ੍ਹਾ ਰਾਜ਼ੀਨਾਮਾ ਹੋ ਜਾਏਗਾ ਤੇ ਜੇ ਨਾ ਮਾਂ ਵੀ ਨਾ ਬਣੀ ਤੇ ਖਾਨਦਾਨ ਦੇ ਵਿੱਚੋਂ ਕਿਸੇ ਨੇ ਬਣਨਾ ਤੇ ਫਿਰ ਮੈਂ ਸੁਲ੍ਹਾ ਕਰਕੇ ਤੇ ਬਾਹਰ ਆ ਜਾਾਂਗੇ। ਹੁਣ ਇਹ 22 ਜੁਲਾਈ 2026 ਨੂੰ ਛੱਤ ਤੇ ਜਾਂਦਾ, ਨਾਜ਼ਸ਼ ਸੁੱਤੀ ਪਈ ਹੁੰਦੀ ਆ, ਪਿਸਟਲ ਲੈ ਕੇ ਜਾਂਦਾ ਔਰ ਮੁਬੱਯਨਾ ਤੌਰ ਦੇ ਉੱਤੇ 2 ਗੋਲੀਆਂ ਉਹਦੀ ਕੰਨ ਪੱਟੀ ਤੇ ਪਿਸਤੌਲ ਰੱਖ ਕੇ ਚਲਾ ਦਿੰਦਾ। ਜਿਸ ਵੇਲੇ ਪਿਸਤੌਲ ਚਲਾਉਂਦਾ 2 ਗੋਲੀਆਂ ਨਾਜ਼ਸ਼ ਨੂੰ ਲੱਗਦੀਆਂ, ਨਾਜ਼ਸ਼ ਜਿਹੜੀ ਮੁਬੱਯਨਾ ਤੌਰ ਤੇ ਗਿਰ ਜਾਂਦੀ ਆ। ਉਸ ਤੋਂ ਬਾਅਦ ਉਹਦੀ ਮਾਂ ਜਿਹੜੀ ਆ ਆਵਾਜ਼ ਗੋਲੀਆਂ ਦੀ ਸੁਣਦੀ ਆ, ਆਂਢੀ ਗੁਆਂਢੀ ਸੁਣਦੇ ਨੇ, ਸਾਰੇ ਇਕੱਠੇ ਹੋ ਜਾਂਦੇ ਨੇ ਔਰ ਛੱਤ ਤੇ ਪਹੁੰਚ ਜਾਂਦੇ ਨੇ। ਉਸ ਤੋਂ ਬਾਅਦ 15 ਤੇ ਕਾਲ ਕੀਤੀ ਜਾਂਦੀ ਹੈ, ਰੈਸਕਿਊ ਨੂੰ ਕਾਲ ਕੀਤੀ ਜਾਂਦੀ ਹੈ, ਰੈਸਕਿਊ ਦੀਆਂ ਟੀਮਾਂ ਆ ਜਾਂਦੀਆਂ, ਪੁਲਿਸ ਸਰਾਏ ਸੱਧੂ ਥਾਣੇ ਦੀ ਆ ਜਾਂਦੀ ਆ ਔਰ ਉਸ ਦੀ ਲਾਸ਼ ਨੂੰ ਚੁੱਕਦੀ ਆ, ਪੋਸਟਮਾਰਟਮ ਵਾਸਤੇ ਕਬੀਰ ਵਾਲੇ ਪਹੁੰਚਾਇਆ ਜਾਂਦਾ ਆ। ਉਸ ਤੋਂ ਬਾਅਦ ਪੁਲਿਸ ਜਿਹੜੀ ਆ ਇੱਕ FIR ਦਰਜ ਕਰਦੀ ਆ। ਜਦੋਂ ਖਾਨ ਬਹਾਦਰ ਨੂੰ ਪਤਾ ਲੱਗਦਾ, ਜਿਹਨੇ ਪੜ੍ਹਾਇਆ ਲਿਖਾਇਆ ਸੀ, ਉਹ ਮਾਇਸਪੂਰਾ ਵਾਲੀ ਸਾਈਡ ਤੇ ਜਿਹੜਾ ਪੀਰਮਾਲ ਵਾਲੀ ਸਾਈਡ ਤੇ ਰਹਿੰਦਾ ਸੀ, ਜਦੋਂ ਉਹਨੂੰ ਪਤਾ ਲੱਗਾ ਉਹ ਵੀ ਆ ਗਿਆ। ਉਹਨੇ ਆ ਕੇ ਕਿਹਾ ਕਿ ਮੁਦਈ ਇਸ FIR ਦਾ ਪਰਚੇ ਦਾ ਮੈਂ ਬਣਨਾ। ਲੇਕਿਨ ਚੂੰਕਿ ਇਹ ਜ਼ੀਸ਼ਾਨ ਹੋਣੀ ਜਿਹੜੇ ਨੇ ਇਹ ਅਸਰੋ ਰਸੂਖ ਵਾਲੇ ਨੇ, ਪੁਲਿਸ ਦੇ ਨਾਲ ਮੇਲ ਮਿਲਾਪ ਇਹਨਾਂ ਨੇ ਕੀਤਾ ਹੋਏਗਾ। ਪੁਲਿਸ ਨੇ ਕਿਹਾ ਕਿ ਨਹੀਂ, ਕੋਈ ਬੰਦਾ ਵੀ ਮੁਦਈ ਨਹੀਂ ਬਣ ਸਕਦਾ, ਇਹਦੀ ਸਕੀ ਮਾਂ ਹੈਗੀ ਆ, ਉਹ ਇਸ ਪਰਚੇ ਦੀ ਮੁਦਈ ਬਣੇਗੀ। ਲੇਕਿਨ ਅਗਰ ਰਿਆਸਤ ਚਾਵੇ, ਪੁਲਿਸ ਚਾਵੇ, ਖੁਦ ਵੀ ਮੁਦਈ ਬਣ ਸਕਦੇ ਆ। ਤੁਸੀਂ ਦੇਖੋ ਲਾਹੌਰ ਵਾਲਾ ਵਾਕਿਆ, ਉਹ ਅਮਰੀਕਾ ਤੋਂ ਜਿਹੜੀ ਆਈ ਹੋਈ ਫੈਮਿਲੀ ਸੀ, ਉਹਦੇ ਵਿੱਚ ਮੁਦਈ ਰਿਆਸਤ ਖੁਦ ਬਣੀ, ਪੁਲਿਸ ਖੁਦ ਬਣੀ ਔਰ ਮੁਲਜ਼ਮ ਨੂੰ, ਉਹਦੇ ਵਾਲਿਦ ਨੂੰ ਗ੍ਰਿਫਤਾਰ ਕਰ ਲਿਆ ਸੀ। ਲੇਕਿਨ ਜ਼ਹਿਰ ਉਹਦੇ ਵਿੱਚ ਮੁਬੱਯਨਾ ਤੌਰ ਤੇ ਅਸਲ ਦੇ ਵਿੱਚ ਉਹਦੀ ਮਾਂ ਨੇ ਦਿੱਤਾ ਸੀ। ਤੇ ਲੇਕਿਨ ਇੱਥੇ ਵੀ ਪੁਲਿਸ ਜਿਹੜੀ ਆ ਮੁਦਈ ਬਣ ਸਕਦੀ ਸੀ ਕਿ ਇਹ ਸਾਰਾ ਇਹਨਾਂ ਦੀ ਫੈਮਿਲੀ ਦਾ ਗੱਠਜੋੜ ਆ, ਮਾਂ ਨੂੰ ਨਾ ਬਣਾਇਆ ਜਾਵੇ ਮੁਦਈ। ਲੇਕਿਨ ਮੁਦਈ ਜਿਹੜੀ ਆ ਮਾਂ ਨੂੰ ਬਣਾਇਆ ਗਿਆ ਔਰ ਇੱਕ FIR ਦਰਜ ਕੀਤੀ ਗਈ 2 ਨਾਮਾਲੂਮ ਅਫਰਾਦ ਦੇ ਖਿਲਾਫ ਤੇ ਇੱਕ ਜ਼ੀਸ਼ਾਨ ਦੇ ਖਿਲਾਫ ਕਿ ਇਹਨਾਂ ਨੇ ਮੋਟਰਸਾਈਕਲ ਤੇ ਬਿਠਾ ਕੇ ਵਾਰਦਾਤ ਤੋਂ ਬਾਅਦ ਜ਼ੀਸ਼ਾਨ ਨੂੰ ਫਰਾਰ ਕਰਵਾਇਆ ਹੈ। ਤੇ ਇਸ ਤਰ੍ਹਾਂ 3 ਬੰਦਿਆਂ ਦੇ ਉੱਤੇ FIR ਦਰਜ ਹੋਈ ਆ। ਹਜੇ ਤੱਕ ਕੋਈ ਵੀ ਗ੍ਰਿਫਤਾਰ ਨਹੀਂ ਹੋ ਸਕਿਆ। ਇਸ ਕੇਸ ਦਾ ਕੀ ਬਣੇਗਾ ਅੱਗੇ ਜਾ ਕੇ, ਇਹ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਦੱਸਣਾ ਕਿ ਹੋ ਸਕਦਾ ਉਹਦੀ ਮਾਂ ਔਰ ਜ਼ੀਸ਼ਾਨ ਵਗੈਰਾ ਦੀ ਇਹਨਾਂ ਸਾਰਿਆਂ ਦੀ ਗੱਠਜੋੜ ਹੋਵੇ ਜਾਂ ਕਿਸ ਤਰ੍ਹਾਂ ਇਹਨਾਂ ਦੀ ਸੁਲ੍ਹਾ ਹੋ ਜਾਏ ਕਿਸੇ ਤਰੀਕੇ ਦੇ ਨਾਲ, ਇਹ ਆਉਣ ਵਾਲਾ ਵਕਤ ਹੀ ਦੱਸੇਗਾ। ਲੇਕਿਨ ਪੁਲਿਸ ਜਿਹੜੀ ਆ ਅਗਰ ਤਹਿਕੀਕਾਤ ਸਹੀ ਕਰੇ ਔਰ ਮੁਦਈ ਖੁਦ ਬਣਦੀ ਤੇ ਫਿਰ ਇਹ ਮੈਰਿਟ ਤੇ ਫੈਸਲਾ ਮੇਰੇ ਖਿਆਲ ਦੇ ਮੁਤਾਬਕ ਸਹੀ ਹੋ ਸਕਦਾ ਸੀ। ਲੇਕਿਨ ਆਉਣ ਵਾਲੇ ਵਕਤ ਦੇ ਵਿੱਚ ਕੀ ਬਣੇਗਾ ਇਹ ਤੁਸੀਂ ਦੱਸਣਾ। ਇਹ ਦਿਲਖਰਾਸ਼ ਵਾਕਿਆ ਸੀ। ਜਿਹੜੀ ਕੱਲੀ ਲੜਕੀ ਸੀ, ਆਪਣੇ ਬਾਪ ਦੀ ਜਾਇਦਾਦ ਦੀ 10 ਏਕੜ ਦੀ ਮਾਲਕ ਸੀ, ਉਸ ਦੇ ਲਾਲਚ ਦੇ ਵਿੱਚ ਆ ਕੇ ਜ਼ੀਸ਼ਾਨ ਨੇ ਮੁਬੱਯਨਾ ਤੌਰ ਤੇ ਇਹਨੂੰ ਮਾਰ ਦਿੱਤਾ। ਬਸ ਅੱਲਾਹ ਤਾਲਾ ਬੁਰੇ ਵਕਤ ਤੋਂ ਬਚਾਵੇ। ਉਹ ਕਹਿੰਦੇ ਆ ਕਿ ਲਾਲਚ ਬੁਰੀ ਬਲਾ ਆ, ਤੇ ਅਗਰ ਸਹੀ ਮੈਰਿਟ ਤੇ ਫੈਸਲਾ ਹੋਇਆ ਤਾਂ ਜ਼ੀਸ਼ਾਨ ਨੂੰ ਵੀ ਜ਼ਰੂਰ ਸਜ਼ਾ ਹੋਏਗੀ। ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਈਮਾਨ ਚ ਰੱਖੇ। अस्सलामु अलैकुम व रहमतुल्लाहि व बरकातहू।